ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਹੈਲਥ ਕੇਅਰ ਵਰਕਰਾਂ ਲਈ ਕੈਨੇਡਾ ਨੇ ਖੋਲੇ ਰਾਹ, 1 ਲੱਖ ਤੋਂ ਵੱਧ ਨੌਕਰੀਆਂ ਖਾਲੀ। ਕਈ ਸੂਬਿਆਂ ਨੇ ਕੱਢੇ ਡਰਾ, ਕਈ ਉਮੀਦਵਾਰਾਂ ਨੂੰ ਮਿਲੇ ਸੱਦੇ। ਕੈਨੇਡਾ ਵਾਸੀਆਂ ਦੀ ਜੇਬ ਤੇ ਪਵੇਗਾ ਬੋਝ, ਗੈਸ ਦੀਆਂ ਕੀਮਤਾਂ ਵਿੱਚ ਹੋਵੇਗਾ ਹੋਰ ਵਾਧਾ। ਖਾਣ ਪੀਣ ਦੀਆਂ ਚੀਜ਼ਾਂ ਹੋ ਰਹੀਆਂ ਮਹਿੰਗੀਆਂ, ਜਿਸ ਕਾਰਨ ਲੋਕ ਪਰੇਸ਼ਾਨ। ਕੈਨੇਡਾ ਵਾਸੀਆਂ ਦੇ ਖਾਣ ਪੀਣ ਤੇ ਪਿਆ ਇਸ ਦਾ ਅਸਰ। ਨਰਸਾਂ ਆਪਣੇ ਕੰਮ ਤੋਂ ਪਰੇਸ਼ਾਨ, ਛੱਡਣਾ ਚਾਹੁੰਦੀਆਂ ਹਨ ਕੰਮ। ਕੈਨੇਡਾ ਵੱਲੋਂ ਕਈਆਂ ਵਾਸਤੇ ਹੁਣ ਰਾਹ ਖੋਲੇ ਜਾ ਰਹੇ ਨੇ, ਜਿਨ੍ਹਾਂ ਦਾ ਕੈਨੇਡਾ ਜਾਣ ਦਾ ਸੁਨਹਿਰੀ ਮੌਕਾ ਹੈ। ਦਰਅਸਲ ਹੈਲਥ ਕੇਅਰ ਖਿੱਤੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ, ਉਹਨਾਂ ਦੀਆਂ 1 ਲੱਖ ਤੋਂ ਵੱਧ ਨੌਕਰੀਆਂ ਖਾਲੀ ਪਈਆਂ ਨੇ, ਜਿਨ੍ਹਾਂ ਨੂੰ ਭਰਨ ਵਾਸਤੇ IRCC ਵੱਲੋਂ ਵੀ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਾਸਤੇ ਹੁਣ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਕੈਨੇਡਾ ਸਰਕਾਰ ਵੱਲੋਂ ਹੈਲਥ ਪ੍ਰੋਫੈਸ਼ਨਲਸ ਦੀ ਮਦਦ ਸੰਬੰਧੀ ਕੁਝ ਖਾਸ ਕਦਮ ਚੁੱਕੇ ਜਾ ਰਹੇ ਨੇ। ਇਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਵੀ ਐਲਾਨ ਕੀਤਾ ਗਿਆ। ਉਨ੍ਹਾਂ ਵੱਲੋਂ $1.5 ਮਿਲੀਅਨ ਦਾ ਐਲਾਨ ਜਿਹੜੇ ਕੈਨੇਡੀਅਨ ਹੈਲਥ ਸੈਕਟਰ ਵਿੱਚ ਕੰਮ ਕਰਨ ਵਾਲੇ ਨਿਊ ਕਮਰਸ ਨੇ, ਉਨ੍ਹਾਂ ਵਾਸਤੇ ਕੀਤਾ ਗਿਆ। ਇਸ ਪ੍ਰੋਜੈਕਟ ਨੂੰ ਨੈਸ਼ਨਲ ਨਿਊ ਕਮਰ ਨੈਵੀਗੇਸ਼ਨ ਨੈਟਵਰਕ ਦਾ ਨਾਮ ਦਿੱਤਾ ਗਿਆ। ਇਹ ਪਲੇਟਫਾਰਮ ਉਹਨਾਂ ਫੋਰਨ ਹੈਲਥ ਕੇਅਰ ਪ੍ਰੋਫੈਸ਼ਨਲਸ ਦੇ ਵਾਸਤੇ ਹੈ ਜਿਹੜਾ ਕੈਨੇਡਾ ਵਿੱਚ ਆ ਕੇ ਕੰਮ ਕਰਨਾ ਚਾਹੁੰਦੇ ਨੇ। ਇਸ ਦੀ ਸ਼ੁਰੂਆਤ 2019 ਵਿੱਚ ਚਿਲਡਰਨਸ ਹਸਪੀਟਲ ਆਫ ਈਸਟਰਨ ਓਨਟਾਰੀਓਜ਼ ਵੱਲੋਂ ਕੀਤੀ ਗਈ ਸੀ। IRCC ਵਿਭਾਗ ਵੱਲੋਂ 2022 ਤੋਂ 2023 ਤੱਕ ਇਸ ਸੰਬੰਧੀ $1.2 ਬਿਲੀਅਨ ਦੀ ਸੈਟਲਮੈਂਟ ਦੀ ਜਾਣਕਾਰੀ ਦਿੱਤੀ ਗਈ। 2021 ਤੋਂ 2022 ਦੇ ਮੁਕਾਬਲੇ ਇਸ ਵਿੱਚ 11% ਦਾ ਵਾਧਾ ਦਰਜ ਕੀਤਾ ਗਿਆ, ਜਿਸ ਦੀ ਜਾਣਕਾਰੀ ਪਬਲਿਕ ਰੈਕਟਸ ਤੋਂ ਸਾਹਮਣੇ ਆਈ ਹੈ। ਇੱਥੇ ਵੀ ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਇਸ ਸਮੇਂ ਲੇਬਰ ਮਾਰਕੀਟ ਵਿੱਚ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਤੌਰ ਦੇ ਉੱਪਰ ਹੈਲਥ ਕੇਅਰ ਸੈਕਟਰ ਵਿੱਚ ਕਾਫੀ ਨੌਕਰੀਆਂ ਖਾਲੀ ਪਈਆਂ ਨੇ। ਹੁਣ ਇਹ ਰਿਪੋਰਟ ਸਾਹਮਣੇ ਆ ਰਹੀ ਹੈ ਕਿ ਇੱਥੇ ਖਾਲੀ ਪਈਆਂ ਨੌਕਰੀਆਂ ਨੂੰ ਭਰਨ ਸੰਬੰਧੀ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ। ਜਿਹੜੀਆਂ ਹੈਲਥ ਕੇਅਰ ਸੈਕਟਰ ਨਾਲ ਜੁੜੀਆਂ ਹੋਈਆਂ ਖਾਲੀ ਨੌਕਰੀਆਂ ਨੇ, ਉਹਨਾਂ ਨੂੰ ਵੀ ਲਗਾਤਾਰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਰਚ ਮਹੀਨੇ ਦੌਰਾਨ 1 ਮਿਲੀਅਨ ਖਾਲੀ ਪਈਆਂ ਨੌਕਰੀਆਂ ਵਿੱਚੋਂ ਹੈਲਥ ਕੇਅਰ ਨਾਲ ਜੁੜੀਆਂ ਹੋਈਆਂ 1,54,500 ਵੈਕੈਂਸੀਜ਼ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਿੱਚ ਜਿਹੜੇ ਹੈਲਥ ਕੇਅਰ ਪ੍ਰੋਫੈਸ਼ਨਲਸ ਨੇ, ਉਹ ਵੀ ਐਲੀਜੀਬਲ ਹੋ ਸਕਦੇ ਨੇ। ਇਹ ਜਦੋਂ ਵੱਡੇ ਡਰਾ ਕੱਢੇ ਜਾਣਗੇ ਤਾਂ ਇਸ ਵਿੱਚ ਹੈਲਥ ਕੇਅਰ ਪ੍ਰੋਫੈਸ਼ਨਲਸ ਨੂੰ ਵੀ ਮੌਕਾ ਦਿੱਤਾ ਜਾਵੇਗਾ ਕਿ ਉਹਨਾਂ ਨੂੰ ਇਨਵੀਟੇਸ਼ਨ ਹਾਸਲ ਹੋ ਸਕਣ। ਇੱਥੇ ਇਹ ਦੱਸ ਦਈਏ ਕਿ ਇਮੀਗ੍ਰੇਸ਼ਨ ਮੰਤਰੀ ਦੇ ਐਲਾਨ ਮੁਤਾਬਕ ਜੁਲਾਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਰਾਹੀਂ ਡਰਾ ਕੱਢਣ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹੈਲਥ ਕੇਅਰ ਪ੍ਰੋਫੈਸ਼ਨਲਸ ਵਾਸਤੇ ਲਗਾਤਾਰ ਸੂਬਿਆਂ ਵੱਲੋਂ PNP ਡਰਾ ਕੱਢੇ ਜਾ ਰਹੇ ਨੇ। ਕੈਨੇਡਾ ਦੇ ਸੂਬੇ ਲਗਾਤਾਰ PNP ਡਰਾ ਐਲਾਨ ਕਰ ਰਹੇ ਨੇ। ਅਜਿਹਾ ਹੀ ਹੋਇਆ ਜਦੋਂ ਕਈ ਸੂਬਿਆਂ ਵੱਲੋਂ PNP ਡਰਾ ਕੱਢੇ ਗਏ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਜਿਹੜੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੋਏ ਨੇ, ਉਹ ਪੱਕੇ ਹੋਣ ਸੰਬੰਧੀ ਇੱਕ ਹੋਰ ਕਦਮ ਅੱਗੇ ਆ ਗਏ ਨੇ। ਕੈਨੇਡਾ ਦੇ ਕਈ ਸੂਬਿਆਂ ਵੱਲੋਂ PNP ਡਰਾ ਕੱਢੇ ਗਏ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ ਤੇ ਓਨਟਾਰੀਓ ਵੱਲੋਂ PNP ਡਰਾ ਦਾ ਐਲਾਨ ਕੀਤਾ ਗਿਆ। ਇਹਨਾਂ ਸੂਬਿਆਂ ਵੱਲੋਂ ਜੋ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਕੱਢੇ ਗਏ, ਉਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ 31 ਮਈ ਨੂੰ ਡਰਾ ਐਲਾਨ ਕੀਤਾ ਗਿਆ, ਜਿੱਥੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਤਹਿਤ ਇਨਵੀਟੇਸ਼ਨ ਦਿੱਤੇ ਗਏ। ਇਸ ਡਰਾ ਵਿੱਚ 167 ਤੋਂ ਵੱਧ ਉਮੀਦਵਾਰਾਂ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਇਸ ਤੋਂ ਬਾਅਦ 147 ਜਨਰਲ ਡਰਾ ਦੇ ਰਾਹੀਂ ਵੀ ਸੱਦੇ ਜਾਰੀ ਕੀਤੇ ਗਏ। ਇਹ ਉਹ ਉਮੀਦਵਾਰ ਸਨ ਜਿਹੜੇ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਤੇ ਸਕਿਲਸ ਇਮੀਗ੍ਰੇਸ਼ਨ ਕੈਟਾਗਰੀਜ਼ ਨਾਲ ਸੰਬੰਧਿਤ ਦੱਸੇ ਗਏ। ਇਹ ਉਹਨਾਂ ਉਮੀਦਵਾਰਾਂ ਨੂੰ ਸੱਦੇ ਹਾਸਿਲ ਹੋਏ ਜਿਹੜੇ ਸਕਿਲਡ ਵਰਕਰ, ਇੰਟਰਨੈਸ਼ਨਲ ਗ੍ਰੈਜੂਏਟ ਤੇ ਐਂਟਰੀ ਲੈਵਲ ਐਂਡ ਸੈਮੀ ਸਕਿਲਡ ਸਬ ਕੈਟਾਗਰੀਜ਼ ਨਾਲ ਸੰਬੰਧਿਤ ਸਨ। ਇਹਨਾਂ ਵਾਸਤੇ ਉਹਨਾਂ ਕੋਲ 76 ਤੋਂ 123 ਸਕੋਰਸ ਹੋਣੇ ਜ਼ਰੂਰੀ ਰਹੇ। ਇਸ ਤੋਂ ਇਲਾਵਾ 15 ਇਨਵੀਟੇਸ਼ਨ ਅਰਲੀ ਚਾਈਲਡਹੁੱਡ ਐਜੂਕੇਟਰ ਜਿਨ੍ਹਾਂ ਦੇ ਕੋਲ 60 ਸਕੋਰ ਸੀ, 5 ਹੈਲਥ ਕੇਅਰ ਵਰਕਰਸ ਜਿਨ੍ਹਾਂ ਕੋਲ 60 ਦੇ ਕਰੀਬ ਸਕੋਰ ਸਨ, 5 ਤੋਂ ਘੱਟ ਹੈਲਥ ਕੇਅਰ ਅਸਿਸਟੈਂਟਸ ਨੂੰ ਜਿਨ੍ਹਾਂ ਦੇ ਕੋਲ 60 ਦੇ ਕਰੀਬ ਸਕੋਰ ਰਹੇ ਅਤੇ 5 ਦੇ ਕਰੀਬ ਐਨੀਮਲ ਹੈਲਥ ਟੈਕਨੋਲੋਜਿਸਟ ਜਿਨ੍ਹਾਂ ਦੇ ਕੋਲ 60 ਦੇ ਕਰੀਬ ਸਕੋਰ ਸਨ, ਉਹਨਾਂ ਨੂੰ ਸੱਦੇ ਦਿੱਤੇ ਗਏ। ਮੈਨੀਟੋਬਾ ਸੂਬੇ ਵੱਲੋਂ ਵੀ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਇਸ ਡਰਾ ਦਾ ਐਲਾਨ 2 ਜੂਨ ਨੂੰ ਕੀਤਾ ਗਿਆ, ਜਿਸ ਵਿੱਚ 146 ਉਮੀਦਵਾਰਾਂ ਦੀ ਕਿਸਮਤ ਜਾਗੀ। ਸਕਿਲਡ ਓਵਰਸੀਜ਼ ਤਹਿਤ 92 ਸੱਦੇ ਦਿੱਤੇ ਗਏ ਅਤੇ 714 ਘੱਟੋ ਘੱਟ ਸਕੋਰਸ ਦੀ ਜ਼ਰੂਰਤ ਰਹੀ। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਅਧੀਨ 54 ਸੱਦੇ ਦਿੱਤੇ ਗਏ। ਇਸ ਵਾਸਤੇ ਕੋਈ ਵੀ ਸਕੋਰ ਦੀ ਜ਼ਰੂਰਤ ਨਹੀਂ ਸੀ।
ਇਸ ਤੋਂ ਬਾਅਦ ਸੂਬੇ ਵੱਲੋਂ 34 ਉਹਨਾਂ ਨੂੰ ਸੱਦੇ ਜਾਰੀ ਕੀਤੇ ਗਏ ਜਿਨ੍ਹਾਂ ਦੀ ਐਕਸਪ੍ਰੈਸ ਐਂਟਰੀ ਸਿਸਟਮ ਅਧੀਨ ਪ੍ਰੋਫਾਈਲ ਸੀ। ਓਨਟਾਰੀਓ ਸੂਬੇ ਵੱਲੋਂ ਵੀ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਰਾਹੀਂ ਇਨਵੀਟੇਸ਼ਨ ਦਿੱਤੇ ਗਏ। ਇੱਕ ਡਰਾਅ 4 ਮਈ ਨੂੰ ਕੱਢਿਆ ਗਿਆ ਜਿਸ ਵਿੱਚ 57 ਸੱਦੇ ਦਿੱਤੇ ਗਏ। ਇਸ ਵਾਸਤੇ ਉਮੀਦਵਾਰਾਂ ਲਈ ਜ਼ਰੂਰੀ ਸੀ ਕਿ ਉਹਨਾਂ ਕੋਲ ਇੰਪਲੋਇਰ ਜੌਬ ਆਫਰ ਇਨ ਡਿਮਾਂਡ ਸਕਿੱਲਜ਼ ਸਟਰੀਮ ਹੋਵੇ ਅਤੇ ਉਹਨਾਂ ਕੋਲ 27 ਤੇ ਇਸ ਤੋਂ ਵੱਧ ਸਕੋਰ ਹੋਣੇ ਜ਼ਰੂਰੀ ਰਹੇ। 26 ਮਈ ਨੂੰ ਜਿਹੜਾ ਡਰਾਅ ਕੱਢਿਆ ਗਿਆ ਉਸ ਵਿੱਚ ਉਮੀਦਵਾਰਾਂ ਕੋਲ 295 ਤੇ 461 ਸਕੋਰ ਵਿਚਕਾਰ ਹੋਣੇ ਜ਼ਰੂਰੀ ਰਹੇ ਤੇ 535 ਸੱਦੇ ਜਾਰੀ ਕੀਤੇ ਗਏ। ਕੈਨੇਡਾ ਵਾਸੀਆਂ ਦੀ ਜੇਬ ਉੱਪਰ ਇੱਕ ਵਾਰ ਫਿਰ ਤੋਂ ਅਸਰ ਪੈਣ ਵਾਲਾ ਹੈ ਕਿਉਂਕਿ ਗੈਸ ਦੀਆਂ ਕੀਮਤਾਂ ਜੋ ਕਿ ਪਹਿਲਾਂ ਹੀ ਲਗਾਤਾਰ ਵਧ ਰਹੀਆਂ ਨੇ ਉਸ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਹੋਵੇਗਾ। ਐਕਸਪਰਟਸ ਲਗਾਤਾਰ ਇਸ ਬਾਰੇ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਗਲੇ ਕੁਝ ਹਫ਼ਤਿਆਂ ਦੌਰਾਨ ਹੋਰ ਵੀ ਨਾ ਕੀਮਤਾਂ ਵਿੱਚ ਵਾਧਾ ਹੋਣ ਵਾਲਾ ਹੈ। ਕੈਨੇਡਾ ਦੇ ਹਰ ਸੂਬੇ ਵਿੱਚ ਗੈਸ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਜਿਸ ਕਾਰਨ ਆਮ ਲੋਕਾਂ ਦੀ ਜੇਬ ਤੇ ਭਾਰੀ ਅਸਰ ਪੈ ਰਿਹਾ ਹੈ। ਮਾਹਰ ਕਹਿੰਦੇ ਨੇ ਕਿ ਆਉਣ ਵਾਲੇ ਹਫ਼ਤਿਆਂ ਦੌਰਾਨ ਇਹਨਾਂ ਗੈਸ ਦੀਆਂ ਕੀਮਤਾਂ ਵਿੱਚ ਹੋਰ ਵੀ ਵਾਧਾ ਹੋਵੇਗਾ। ਜਾਣਕਾਰੀ ਮੁਤਾਬਕ ਨੈਸ਼ਨਲ ਐਵਰੇਜ ਗੈਸ ਪ੍ਰਾਈਸ $2.6 ਦੇ ਉੱਪਰ ਪਹੁੰਚ ਗਏ। ਇਹਨਾਂ ਵਿੱਚ ਪਹਿਲਾਂ ਦੇ ਮੁਕਾਬਲੇ ਵਾਧਾ ਦਰਜ ਕੀਤਾ ਗਿਆ ਜਿਸ ਦੀ ਜਾਣਕਾਰੀ ਕੈਨੇਡੀਅਨ ਆਟੋਮੋਬਾਈਲ ਐਸੋਸੀਏਸ਼ਨ ਵੱਲੋਂ ਸਾਂਝੀ ਕੀਤੀ ਗਈ। ਕੈਨੇਡੀਅਨਸ ਫਾਰ ਅਫੋਰਡੇਬਲ ਐਨਰਜੀ ਦੇ ਪ੍ਰੈਜ਼ੀਡੈਂਟ ਦਾ ਕਹਿਣਾ ਹੈ ਕਿ ਇਹਨਾਂ ਕੀਮਤਾਂ ਵਿੱਚ ਅਜੇ ਹੋਰ ਵੀ ਵਾਧਾ ਹੋਵੇਗਾ। ਵੈਨਕੂਵਰ ਵਿੱਚ ਐਤਵਾਰ ਵਾਲੇ ਦਿਨ ਗੈਸ ਦੀਆਂ ਕੀਮਤਾਂ $2.37 ਪ੍ਰਤੀ ਲੀਟਰ ਦੇ ਹਿਸਾਬ ਨਾਲ ਦਰਜ ਕੀਤੀਆਂ ਗਈਆਂ। ਮੌਂਟਰੀਅਲ ਵਿੱਚ ਇਸ ਦੀ ਸਥਿਤੀ $2.24 ਪ੍ਰਤੀ ਲੀਟਰ ਦੇ ਹਿਸਾਬ ਨਾਲ ਰਹੀ ਜਿਸ ਦੀ ਜਾਣਕਾਰੀ ਗੈਸ ਵਿਜਿਟ ਦੇ ਰਾਹੀਂ ਸਾਂਝੀ ਕੀਤੀ ਗਈ। ਟੋਰਾਂਟੋ ਵਿੱਚ ਗੈਸ ਦੀਆਂ ਕੀਮਤਾਂ $2.15 ਤੋਂ ਪਹੁੰਚ ਕੇ $2.23 ਪ੍ਰਤੀ ਲੀਟਰ ਦੇ ਹਿਸਾਬ ਨਾਲ ਦਰਜ ਕੀਤੀਆਂ ਜਾ ਰਹੀਆਂ ਨੇ। ਹੁਣ ਇਸ ਸਭ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਹਫ਼ਤਿਆਂ ਦੌਰਾਨ ਇਹਨਾਂ ਗੈਸ ਦੀਆਂ ਕੀਮਤਾਂ ਵਿੱਚ ਹੋਰ ਵੀ ਵਾਧਾ ਹੋਵੇਗਾ। ਦੱਸ ਦਈਏ ਕਿ ਗੈਸ ਦੀਆਂ ਕੀਮਤਾਂ ਸਿਰਫ ਕੈਨੇਡਾ ਹੀ ਨਹੀਂ ਬਲਕਿ ਬਾਕੀ ਦੇਸ਼ਾਂ ਵਿੱਚ ਵੀ ਲਗਾਤਾਰ ਵਧਦੀਆਂ ਦਿਖਾਈ ਦੇ ਰਹੀਆਂ ਨੇ। ਇਸ ਦੇ ਪਿੱਛੇ ਵੱਡਾ ਕਾਰਨ ਮੰਨਿਆ ਜਾ ਰਿਹਾ ਜੋ ਯੂਕਰੇਨ ਅਤੇ ਰੂਸ ਵਿਚਕਾਰ ਜੰਗ ਲੱਗੀ ਹੋਈ ਹੈ। ਇਸ ਤੋਂ ਬਾਅਦ ਹੀ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਗੈਸ ਦੀਆਂ ਕੀਮਤਾਂ ਤੋਂ ਇਲਾਵਾ ਬਾਕੀ ਚੀਜ਼ਾਂ ਵੀ ਮਹਿੰਗੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਜਿਸ ਤੋਂ ਬਾਅਦ ਆਮ ਲੋਕ ਲਗਾਤਾਰ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਨਾਲ ਹੀ ਉਹਨਾਂ ਵੱਲੋਂ ਇਸ ਸੰਬੰਧੀ ਆਪਣੀ ਪਰੇਸ਼ਾਨੀ ਵੀ ਸਾਂਝੀ ਕੀਤੀ ਜਾ ਰਹੀ ਹੈ। ਇਹਨਾਂ ਲੋਕਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਵੱਧ ਰਹੀ ਮਹਿੰਗਾਈ ਦੇ ਕਾਰਨ ਉਹਨਾਂ ਵਾਸਤੇ ਘਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਪਹਿਲਾਂ ਇੱਕ ਰਿਪੋਰਟ ਸਾਹਮਣੇ ਆਈ ਸੀ ਜਿਸ ਵਿੱਚ ਇਮੀਗ੍ਰੈਂਟਸ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਵੱਧ ਰਹੀ ਮਹਿੰਗਾਈ ਕਾਰਨ ਕਿੰਨੀ ਪਰੇਸ਼ਾਨੀ ਆ ਰਹੀ ਹੈ। ਬਹੁਤੇ ਤਾਂ ਕੈਨੇਡਾ ਛੱਡਣ ਵਾਸਤੇ ਵੀ ਤਿਆਰ ਸਨ ਕਿਉਂਕਿ ਉਹਨਾਂ ਵਾਸਤੇ ਗੁਜ਼ਾਰਾ ਕਰਨਾ ਔਖਾ ਹੋ ਰਿਹਾ ਹੈ। ਖਾਣ ਪੀਣ ਦੀਆਂ ਚੀਜ਼ਾਂ ਲਗਾਤਾਰ ਮਹਿੰਗੀਆਂ ਹੋ ਰਹੀਆਂ ਨੇ। ਕੈਨੇਡੀਅਨਸ ਇਸ ਕਾਰਨ ਕਾਫੀ ਪਰੇਸ਼ਾਨ ਨੇ। ਬਹੁਤੇ ਕੈਨੇਡੀਅਨ ਤਾਂ ਇਹ ਕਹਿੰਦੇ ਨੇ ਕਿ ਉਹਨਾਂ ਵੱਲੋਂ ਕਈ ਵਾਰ ਖਾਣਾ ਪੀਣਾ ਛੱਡ ਵੀ ਦਿੱਤਾ ਜਾਂਦਾ ਹੈ। ਇਸ ਬਾਰੇ ਇੱਕ ਸਰਵੇ ਸਾਹਮਣੇ ਆਇਆ ਜਿਸ ਤੋਂ ਪਤਾ ਚੱਲਿਆ ਕਿ ਕੈਨੇਡਾ ਵਾਸੀਆਂ ਦੇ ਉੱਪਰ ਕਿਵੇਂ ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਦਾ ਅਸਰ ਪੈ ਰਿਹਾ ਹੈ। ਕੈਨੇਡਾ ਵਿੱਚ ਲਗਾਤਾਰ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ। ਇਸ ਦੌਰਾਨ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਹੋ ਰਿਹਾ ਵਾਧਾ ਕੈਨੇਡੀਅਨਸ ਦੇ ਖਾਣ ਪੀਣ ਤੇ ਸਿੱਧਾ ਅਸਰ ਪਾ ਰਿਹਾ ਹੈ। ਫੂਡ ਬੈਂਕਸ ਕੈਨੇਡਾ ਵੱਲੋਂ ਇੱਕ ਪੋਲ ਸਾਂਝਾ ਕੀਤਾ ਗਿਆ ਜਿਸ ਵਿੱਚ ਪਤਾ ਚੱਲਿਆ ਕਿ ਦੇਸ਼ ਭਰ ਵਿੱਚ ਭੁੱਖਮਰੀ ਅਤੇ ਭੋਜਨ ਦੀ ਅਸੁਰੱਖਿਆ ਵੱਧ ਰਹੀ ਹੈ। ਇਸ ਕਾਰਨ ਜਿਹੜੇ ਘੱਟ ਇਨਕਮ ਵਾਲੇ ਕੈਨੇਡੀਅਨਸ ਨੇ ਉਹਨਾਂ ਨੂੰ ਮਹਿੰਗਾਈ ਦੀ ਸਭ ਤੋਂ ਵੱਧ ਮਾਰ ਝੱਲਣੀ ਪੈ ਰਹੀ ਹੈ। ਇੱਕ ਰਿਸਰਚ ਵਿੱਚ ਪਤਾ ਚੱਲਿਆ ਹੈ ਕਿ ਲਗਭਗ 1/4 ਕੈਨੇਡੀਅਨਸ ਨੇ ਭੋਜਨ ਅਤੇ ਲੋੜੀਂਦਾ ਪੈਸਾ ਨਾ ਹੋਣ ਕਾਰਨ ਕਈਆਂ ਵੱਲੋਂ ਘੱਟ ਖਾਣ ਦੀ ਵੀ ਗੱਲ ਕਹਿ ਦਿੱਤੀ ਗਈ। ਇੱਕ ਸਰਵੇ ਸਾਹਮਣੇ ਆਇਆ ਜਿਸ ਵਿੱਚ 5 ਵਿੱਚੋਂ ਇੱਕ ਕੈਨੇਡੀਅਨ ਨੇ ਮਾਰਚ 2020 ਅਤੇ ਮਾਰਚ 2022 ਦੌਰਾਨ ਘੱਟੋ-ਘੱਟ ਇੱਕ ਵਾਰ ਭੁੱਖੇ ਰਹਿਣ ਦੀ ਰਿਪੋਰਟ ਕੀਤੀ। ਇਹ ਸਰਵੇ 25 ਫਰਵਰੀ ਤੋਂ 2 ਮਾਰਚ ਵਿਚਕਾਰ ਕਰਵਾਇਆ ਗਿਆ ਜਿਸ ਵਿੱਚ 4009 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ। ਦੱਸਦੀ ਹੈ ਕਿ ਫੂਡ ਬੈਂਕ ਕੈਨੇਡਾ ਦੇ CEO ਦਾ ਕਹਿਣਾ ਹੈ ਕਿ ਫੂਡ ਬੈਂਕਾਂ ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਉਹਨਾਂ ਮੁਤਾਬਕ ਇਹ ਗਰਮੀਆਂ ਦੌਰਾਨ ਹੋਰ ਵੀ ਅਸਰ ਪੈਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਲੋਕ ਸਾਨੂੰ ਦੱਸ ਰਹੇ ਹਨ ਕਿ ਘਰਾਂ, ਗੈਸ ਅਤੇ ਹੋਰ ਚੀਜ਼ਾਂ ਦੀਆਂ ਜੋ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਉਸ ਕਾਰਨ ਉਹਨਾਂ ਕੋਲ ਖਾਣਾ ਖਾਣ ਦੇ ਵੀ ਪੈਸੇ ਘੱਟ ਪੈ ਰਹੇ ਨੇ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਲਗਾਤਾਰ ਮਹਿੰਗਾਈ ਵਧਦੀ ਜਾ ਰਹੀ ਹੈ। ਇਹ ਮਹਿੰਗਾਈ ਆਸਮਾਨ ਛੂੰਹਦੀ ਹੋਈ ਦਿਖਾਈ ਦੇ ਰਹੀ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਬਾਰੇ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਉਸ ਵਿੱਚ ਪਤਾ ਚੱਲਿਆ ਕਿ ਮਹਿੰਗਾਈ ਦਰ ਨੇ ਪਿਛਲੇ 31 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਮਹਿੰਗਾਈ ਦਰ 6.8% ਅਪ੍ਰੈਲ ਮਹੀਨੇ ਦੌਰਾਨ ਦਰਜ ਕੀਤੀ ਗਈ। ਵੱਖ-ਵੱਖ ਸੂਬਿਆਂ ਵਿੱਚ ਨਰਸਾਂ ਦੀ ਸ਼ਾਰਟੇਜ ਨਜ਼ਰ ਆ ਰਹੀ ਹੈ ਪਰ ਫਿਰ ਵੀ ਬਹੁਤ ਸਾਰੇ ਇਸ ਖਿੱਤੇ ਨਾਲ ਜੁੜੇ ਹੋਏ ਕਾਮੇ ਕਹਿੰਦੇ ਨੇ ਕਿ ਉਹ ਆਪਣਾ ਕੰਮ ਛੱਡ ਦੇਣਗੇ।
ਇਸ ਦਾ ਕਾਰਨ ਹੈ ਕਰੋਨਾ ਪੈਂਡੈਮਿਕ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਦੇ ਉੱਪਰ ਅਤੇ ਮੈਂਟਲ ਹੈਲਥ ਦੇ ਉੱਪਰ ਕਰੋਨਾ ਪੈਂਡੈਮਿਕ ਦਾ ਕਾਫੀ ਅਸਰ ਪਿਆ, ਜਿਸ ਕਾਰਨ ਉਹ 3 ਸਾਲਾਂ ਵਿੱਚ ਆਪਣਾ ਕੰਮ ਛੱਡ ਦੇਣਗੇ। ਬਹੁਤ ਸਾਰੇ ਹੈਲਥ ਕੇਅਰ ਵਰਕਰਸ ਅਜਿਹੇ ਨੇ ਜਿਹੜੇ ਚਾਹੁੰਦੇ ਨੇ ਕਿ ਉਹ ਅਗਲੇ 3 ਸਾਲਾਂ ਵਿੱਚ ਆਪਣਾ ਕੰਮ ਛੱਡ ਦੇਣ। ਇੱਕ ਤਾਜ਼ਾ ਸਰਵੇ ਸਾਹਮਣੇ ਆਇਆ ਜਿਸ ਵਿੱਚ ਪਤਾ ਚੱਲਿਆ ਕਿ ਵੱਡੀ ਗਿਣਤੀ ਵਿੱਚ ਨਰਸਿਸ ਆਪਣਾ ਕੰਮ ਛੱਡਣਾ ਚਾਹੁੰਦੇ ਹਨ। ਦੱਸ ਦਈਏ ਕਿ ਵੱਖ-ਵੱਖ ਪ੍ਰੋਵਿੰਸਿਸ ਵੱਲੋਂ ਇਸ ਸਮੇਂ ਨਰਸਿੰਗ ਸ਼ਾਰਟੇਜ ਦਾ ਸਾਹਮਣਾ ਕੀਤਾ ਜਾ ਰਿਹਾ ਹੈ, ਪਰ ਇਸੇ ਦੌਰਾਨ 4 ਵਿੱਚੋਂ 1 ਨਰਸ ਅਜਿਹੇ ਨੇ ਜਿਹੜੇ 3 ਸਾਲਾਂ ਤੱਕ ਆਪਣੀ ਨੌਕਰੀ ਛੱਡਣ ਦੀ ਯੋਜਨਾ ਬਣਾ ਰਹੇ ਨੇ। ਤਾਜ਼ਾ ਸਰਵੇ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝਾ ਕੀਤਾ ਗਿਆ, ਜਿਸ ਮੁਤਾਬਕ 95% ਹੈਲਥ ਕੇਅਰ ਵਰਕਰਸ ਕਹਿੰਦੇ ਨੇ ਕਿ ਪੈਂਡੈਮਿਕ ਨੇ ਉਹਨਾਂ ਦੀ ਮੈਂਟਲ ਹੈਲਥ ਉੱਪਰ ਕਾਫੀ ਜ਼ਿਆਦਾ ਅਸਰ ਪਾਇਆ। ਇਸ ਪੈਂਡੈਮਿਕ ਦੌਰਾਨ ਹੈਲਥ ਕੇਅਰ ਵਰਕਰਸ ਨੂੰ ਕਾਫੀ ਜ਼ਿਆਦਾ ਘੰਟੇ ਕੰਮ ਕਰਨਾ ਪਿਆ, ਉਹਨਾਂ ਦੀ ਛੁੱਟੀਆਂ ਦਾ ਸਮਾਂ ਘਟ ਗਿਆ ਤੇ ਉਹਨਾਂ ਦੀ ਮੈਂਟਲ ਹੈਲਥ ਵੀ ਪ੍ਰਭਾਵਿਤ ਹੋਈ। ਖਾਸ ਤੌਰ ਦੇ ਉੱਪਰ ਜੋ ਕਰੋਨਾ ਵਾਇਰਸ ਦੀ ਚੌਥੀ ਲਹਿਰ ਸਤੰਬਰ ਤੋਂ ਨਵੰਬਰ ਮਹੀਨੇ ਦੌਰਾਨ ਆਈ ਸੀ, ਉਸਨੇ ਉਹਨਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਇਸ ਸਰਵੇ ਵਿੱਚ ਪਤਾ ਚੱਲਿਆ ਹੈ ਕਿ 4 ਵਿੱਚੋਂ 1 ਹੈਲਥ ਕੇਅਰ ਵਰਕਰ ਆਪਣੀ ਨੌਕਰੀ ਅਗਲੇ 3 ਸਾਲਾਂ ਤੱਕ ਛੱਡਣਾ ਚਾਹੁੰਦਾ ਹੈ। ਇਸ ਦਾ ਕਾਰਨ ਹੈ ਕਿ ਉਹਨਾਂ ਨੂੰ ਜੌਬ ਸਟ੍ਰੈਸ ਹੋ ਰਿਹਾ ਹੈ। ਦੱਸ ਦਈਏ ਕਿ ਜਿੱਥੇ ਕਰੋਨਾ ਪੈਂਡੈਮਿਕ ਨੇ ਵੱਖ-ਵੱਖ ਚੀਜ਼ਾਂ ਤੇ ਅਸਰ ਪਾਇਆ, ਇਸ ਦੌਰਾਨ ਆਮ ਲੋਕਾਂ ਦੀ ਮੈਂਟਲ ਹੈਲਥ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ। ਪਰ ਜੋ ਹੈਲਥ ਕੇਅਰ ਵਰਕਰਸ ਦੇ ਬਾਰੇ ਸਰਵੇ ਸਾਹਮਣੇ ਆਇਆ, ਉਸ ਮੁਤਾਬਕ 46.4% ਫਿਜ਼ੀਸ਼ੀਅਨ ਅਤੇ 52.4% ਨਰਸਿਸ ਕਹਿੰਦੇ ਨੇ ਕਿ ਉਹਨਾਂ ਦੀ ਮੈਂਟਲ ਹੈਲਥ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਬਹੁਤ ਸਾਰੀਆਂ ਹੈਲਥ ਕੇਅਰ ਵਰਕਰਸ ਨਾਲ ਜੁੜੀਆਂ ਹੋਈਆਂ ਨੌਕਰੀਆਂ ਖਾਲੀ ਪਈਆਂ ਨੇ, ਜਿਨ੍ਹਾਂ ਨੂੰ ਭਰਨ ਵਾਸਤੇ ਲਗਾਤਾਰ ਕੈਨੇਡਾ ਸਰਕਾਰ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਮੀਟਿੰਗ ਕੀਤੀ ਗਈ, ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਸਾਂਝੀ ਕੀਤੀ ਹੈ। ਇਸ ਦੌਰਾਨ ਮੀਟਿੰਗ ਵਿੱਚ ਕਿਹੜੀਆਂ ਗੱਲਾਂ ਖਾਸ ਰਹੀਆਂ, ਇਸ ਦੇ ਬਾਰੇ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਿਖਾਈ ਦਿੱਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬਾਇਲੇਟਰਲ ਮੀਟਿੰਗ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜੋ ਕਿ ਉਹਨਾਂ ਵੱਲੋਂ ਰਾਸ਼ਟਰਪਤੀ ਬੋਰਿਕ ਨਾਲ ਕੀਤੀ ਗਈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਨਾਲ ਕੈਨੇਡੀਅਨਸ ਦੀ ਬਿਹਤਰੀ ਵਾਸਤੇ ਕਿਵੇਂ ਕਦਮ ਚੁੱਕੇ ਜਾ ਰਹੇ ਨੇ ਤੇ ਉਹਨਾਂ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ। ਕੀ ਕਹਿਣਾ ਹੈ ਜਸਟਿਨ ਟਰੂਡੋ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। At a time like this, with so much instability around the world, the challenges of the pandemic, the challenges of the fight against climate change, the challenges of global conflict, and tremendous issues as we see authoritarian states rise and democracies backslide in some cases, it's so important to be celebrating and welcoming the arrival of a strong, progressive voice on the world stage. It is great news for Chile. It's great news for Canada to have such a strong partner at the other end of the continent. But it's really important as well that we continue to add to the strong voices around the world, fighting for democracy, for human rights, combating threats to our institutions and stability, aligned on climate change, on gender equality, on inclusion, on the kinds of things we know don't just make life easier and better for all of our citizens, but also lead to better economic growth. We talked about a lot of these things, and as I think people know, we're tremendously aligned. We even got into the challenges of gun violence and how Canada has moved forward recently on stronger gun control, and some of the challenges that Chile is facing as well. So I'm very, very excited to be welcoming you, Gabrielle, here to Ottawa on this first big trip outside your region. That you chose to come to Canada really reinforces not just the 80 years of friendship between our countries and 25 years of trade, but of free trade, but the strong, anchored reality of values that we share from across the Americas. ਇੱਕ ਬਜ਼ੁਰਗ ਔਰਤ ਦੇ ਉੱਪਰ 3 ਕੁੱਤਿਆਂ ਵੱਲੋਂ ਹਮਲਾ ਕੀਤਾ ਗਿਆ। ਜਿਸ ਬਜ਼ੁਰਗ ਔਰਤ ਤੇ ਹਮਲਾ ਕੀਤਾ ਗਿਆ, ਉਸ ਦੀ ਕੀ ਸਥਿਤੀ ਹੈ, ਇਹ ਵੀ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਹੁਣ ਤੱਕ ਇਸ ਮਾਮਲੇ ਦੀ ਜਿਹੜੀ ਜਾਂਚ ਪੜਤਾਲ ਕੀਤੀ ਗਈ ਹੈ, ਉਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਔਰਤ ਜਿਸ ਵੇਲੇ ਆਪਣੀ ਯਾਰਡ ਵਿੱਚ ਕੰਮ ਕਰ ਰਹੀ ਸੀ, ਉਸ ਦੌਰਾਨ ਉਸ ਦੇ ਉੱਪਰ ਅਟੈਕ ਹੋਇਆ। ਇੱਕ ਬਜ਼ੁਰਗ ਤੇ 3 ਕੁੱਤਿਆਂ ਵੱਲੋਂ ਹਮਲਾ ਕੀਤਾ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸਾਰੇ ਮਾਮਲੇ ਬਾਰੇ ਕੈਲਗਰੀ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਿਟੀ ਪੁਲਿਸ ਦੇ ਦੱਸਣ ਮੁਤਾਬਕ ਇਹ ਹਮਲਾ 83 ਸਾਲਾ ਬਜ਼ੁਰਗ ਔਰਤ ਤੇ ਕੀਤਾ ਗਿਆ। ਇੱਥੇ ਨਾਰਥ ਵੈਸਟ ਕੈਲਗਰੀ ਵਿੱਚ 3 ਕੁੱਤਿਆਂ ਵੱਲੋਂ ਇਸ ਬਜ਼ੁਰਗ ਔਰਤ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ।
ਪੁਲਿਸ ਦੇ ਦੱਸਣ ਮੁਤਾਬਕ ਇਹ ਮਾਮਲਾ 2 ਵਜੇ ਦੇ ਕਰੀਬ ਵਾਪਰਿਆ ਜਦੋਂ ਇੱਥੇ 3 ਕੁੱਤਿਆਂ ਵੱਲੋਂ ਬਜ਼ੁਰਗ ਔਰਤ ਤੇ ਹਮਲਾ ਕੀਤਾ ਗਿਆ ਤਾਂ ਇਸ ਦੌਰਾਨ ਇਹ ਬਜ਼ੁਰਗ ਔਰਤ ਕਾਫੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਇਨਵੈਸਟੀਗੇਟਰਸ ਦਾ ਮੰਨਣਾ ਹੈ ਕਿ ਜਿਸ ਵੇਲੇ ਔਰਤ ਤੇ ਹਮਲਾ ਹੋਇਆ ਉਸ ਵੇਲੇ ਉਹ ਆਪਣੇ ਯਾਰਡ ਵਿੱਚ ਕੰਮ ਕਰ ਰਹੀ ਸੀ। ਇਸ ਦੌਰਾਨ ਕੁੱਤੇ ਆਏ ਤੇ ਉਹਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਪੁਲਿਸ ਦੇ ਦੱਸਣ ਮੁਤਾਬਕ ਇਹਨਾਂ ਕੁੱਤਿਆਂ ਦੇ ਮਾਲਕ ਉਹਨਾਂ ਦੇ ਗਵਾਂਢ ਦੇ ਵਿੱਚ ਨੇ। ਜਦੋਂ ਔਰਤ ਜ਼ਖਮੀ ਹੋਈ ਤਾਂ ਉਸ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇੱਥੇ ਔਰਤ ਦੀ ਜਾਨ ਨਹੀਂ ਬਚਾਈ ਜਾ ਸਕੀ ਤਾਂ ਇਸ ਔਰਤ ਵੱਲੋਂ ਹਸਪਤਾਲ ਵਿੱਚ ਹੀ ਦਮ ਤੋੜ ਦਿੱਤਾ ਗਿਆ। ਹੁਣ ਪੁਲਿਸ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ। ਪਰ ਸ਼ੁਰੂਆਤੀ ਜਾਂਚ ਵਿੱਚ ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਇਹ ਤਾਂ ਇਨਵੈਸਟੀਗੇਟਰਸ ਵੱਲੋਂ ਦੱਸ ਦਿੱਤੀਆਂ ਗਈਆਂ। ਲੰਡਨ ਹਮਲੇ ਨੂੰ 1 ਸਾਲ ਹੋ ਚੁੱਕਿਆ ਹੈ ਤੇ ਭਾਈਚਾਰੇ ਵੱਲੋਂ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਦਰਅਸਲ 1 ਸਾਲ ਪਹਿਲਾਂ ਲੰਡਨ ਦੇ ਵਿੱਚ ਇੱਕ ਅਜਿਹਾ ਹਾਦਸਾ ਵਾਪਰਿਆ ਸੀ ਜਿੱਥੇ ਮੁਸਲਿਮ ਪਰਿਵਾਰ ਦੇ ਜਿਹੜੇ ਲੋਕ ਸਨ, ਪਰਿਵਾਰ ਦੇ ਮੈਂਬਰ ਸਨ, ਉਹਨਾਂ ਨੂੰ ਇੱਕ ਵਾਹਨ ਵੱਲੋਂ ਟੱਕਰ ਮਾਰੀ ਗਈ। ਇਸ ਦੌਰਾਨ ਉਹਨਾਂ ਦੀ ਮੌਤ ਹੋ ਗਈ। ਇਹ ਮਾਮਲਾ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਸ ਨੂੰ ਇੱਕ ਅੱਤਵਾਦੀ ਹਮਲਾ ਕਰਾਰ ਦਿੱਤਾ ਗਿਆ ਸੀ। ਲੰਡਨ ਹਮਲੇ ਦੀ ਘਟਨਾ ਨੂੰ 1 ਸਾਲ ਪੂਰਾ ਹੋ ਗਿਆ। ਇਸ ਮੌਕੇ ਤੇ ਮ੍ਰਿਤਕ ਪਰਿਵਾਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮਾਰਚ ਪ੍ਰਬੰਧਕ ਨੌਜਵਾਨਾਂ ਦੇ ਨਾਲ ਇਸ ਦੌਰਾਨ ਮੁਲਾਕਾਤ ਵੀ ਕੀਤੀ ਗਈ। ਦੱਸ ਦਈਏ ਕਿ ਪਿਛਲੇ ਸਾਲ ਪਿਕਅਪ ਟਰੱਕ ਨਾਲ ਇੱਕ ਮੁਸਲਿਮ ਪਰਿਵਾਰ ਦੇ ਮੈਂਬਰਾਂ ਨੂੰ ਕੁਚਲ ਕੇ ਮਾਰ ਦਿੱਤਾ ਗਿਆ। ਇਹਨਾਂ ਨੂੰ 1 ਸਾਲ ਪੂਰਾ ਹੋਣ ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਇਹ ਮਾਮਲਾ ਪਿਛਲੇ ਸਾਲ 6 ਜੂਨ ਨੂੰ ਸਾਹਮਣੇ ਆਇਆ ਸੀ, ਜਿੱਥੇ ਸਲਮਾਨ ਅਫਜ਼ਲ, ਉਹਨਾਂ ਦੀ ਪਤਨੀ ਮਦੀਹਾ ਸਲਮਾਨ, ਉਹਨਾਂ ਦੀ 15 ਸਾਲਾ ਬੇਟੀ ਯਮਨਾ ਅਫਜ਼ਲ ਅਤੇ ਇੱਕ 74 ਸਾਲ ਦੀ ਮਾਂ ਸੈਰ ਕਰਨ ਵਾਸਤੇ ਗਏ ਹੋਏ ਸਨ। ਇਸ ਦੌਰਾਨ ਇੱਕ ਪਿਕਅਪ ਟਰੱਕ ਵੱਲੋਂ ਉਹਨਾਂ ਨੂੰ ਕੁਚਲ ਕੇ ਮਾਰ ਦਿੱਤਾ ਗਿਆ। ਇਸ ਮਾਮਲੇ ਵਿੱਚ 20 ਸਾਲ ਦੇ ਵਿਅਕਤੀ ਨੂੰ 4 ਕਤਲ ਅਤੇ 1 ਇਰਾਦਾ ਕਤਲ ਦੇ ਇਲਜ਼ਾਮਾਂ ਵਿੱਚ ਚਾਰਜ ਕੀਤਾ ਗਿਆ ਸੀ। ਉਸ ਉੱਤੇ ਅੱਤਵਾਦ ਨਾਲ ਸੰਬੰਧਿਤ 2 ਦੋਸ਼ ਵੀ ਲਗਾਏ ਗਏ ਸਨ। ਹੁਣ ਇਸ ਮਾਮਲੇ ਨੂੰ ਪੂਰਾ 1 ਸਾਲ ਹੋ ਚੁੱਕਿਆ ਹੈ, ਜਿਸ ਤੋਂ ਬਾਅਦ ਭਾਈਚਾਰੇ ਦੇ ਲੋਕਾਂ ਵੱਲੋਂ ਪੀੜਤ ਪਰਿਵਾਰਕ ਮੈਂਬਰਾਂ ਨੂੰ ਯਾਦ ਕੀਤਾ ਗਿਆ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜਿਹੜੇ ਲੋਕ ਇਸ ਦੌਰਾਨ ਇਹਨਾਂ ਪੀੜਤ ਪਰਿਵਾਰਾਂ ਨੂੰ ਯਾਦ ਕਰਦੇ ਹੋਏ ਦਿਖਾਈ ਦਿੱਤੇ, ਉਹਨਾਂ ਨੇ ਆਪਣਾ ਦਰਦ ਸਾਂਝਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਿਆਸਤਦਾਨਾਂ ਸਮੇਤ ਹਜ਼ਾਰਾਂ ਲੋਕ ਪਿਛਲੇ ਸਾਲ ਮਾਰਚ ਕਰਨ ਵਾਸਤੇ ਸੜਕਾਂ ਤੇ ਉਤਰੇ ਸਨ। ਇਸ ਹਮਲੇ ਤੋਂ ਬਾਅਦ ਨੈਸ਼ਨਲ ਕੌਂਸਲ ਫਾਰ ਕੈਨੇਡੀਅਨ ਮੁਸਲਿਮਸ ਨੇ ਇਸ ਘਟਨਾ ਨੂੰ ਕੈਨੇਡੀਅਨ ਧਰਤੀ ਉੱਤੇ ਵਾਪਰਿਆ ਅੱਤਵਾਦੀ ਹਮਲਾ ਕਰਾਰ ਕੀਤਾ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਸ ਮੁੱਦੇ ਨੂੰ ਹਾਊਸ ਆਫ ਕਾਮਨਸ ਵਿੱਚ ਚੁੱਕਿਆ ਗਿਆ ਤੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਗਿਆ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਚਾਨਕ ਸਕੂਲ ਦੀ ਲਾਇਬ੍ਰੇਰੀ ਦੇ ਅੰਦਰ ਨੌਜਵਾਨ ਪ੍ਰਬੰਧਕਾਂ ਨਾਲ ਮੁਲਾਕਾਤ ਵੀ ਕੀਤੀ ਗਈ, ਜੋ ਕਿ ਇਸ ਮਾਮਲੇ ਨਾਲ ਜੁੜੀ ਹੋਈ ਸੀ। ਟਰੂਡੋ ਨੇ ਵਿਦਿਆਰਥੀਆਂ ਦਾ ਇਸਲਾਮੋਫੋਬੀਆ ਨਾਲ ਲੜਨ ਦੇ ਉਹਨਾਂ ਦੇ ਕੰਮ ਵਾਸਤੇ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਕੈਨੇਡਾ ਵਿੱਚ ਇਸਲਾਮੋਫੋਬੀਆ ਅਤੇ ਨਸਲਵਾਦ ਨੂੰ ਦੂਰ ਕਰਨ ਵਾਸਤੇ ਕੁਝ ਕੰਮ ਕੀਤੇ ਨੇ, ਪਰ ਅਜੇ ਹੋਰ ਬਹੁਤ ਕਰਨਾ ਬਾਕੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸਿਆਂ ਵਾਸਤੇ ਹੜ੍ਹ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕਈ ਥਾਵਾਂ ਵਾਸਤੇ ਇਵੈਕੂਏਸ਼ਨ ਅਲਰਟ ਜਾਰੀ ਕਰ ਦਿੱਤਾ ਗਿਆ। ਜਿਹੜੇ ਖੇਤਰਾਂ ਵਿੱਚ ਇਸ ਸਮੇਂ ਹੜ੍ਹ ਦੀ ਸੰਭਾਵਨਾ ਹੈ ਜਾਂ ਫਿਰ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ, ਉੱਥੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਵੀ ਘਰ ਖਾਲੀ ਕਰਨ ਵਾਸਤੇ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸਿਆਂ ਵਾਸਤੇ ਹੜ੍ਹ ਨਾਲ ਜੁੜੇ ਇਵੈਕੂਏਸ਼ਨ ਅਲਰਟ ਜਾਰੀ ਕਰ ਦਿੱਤੇ ਗਏ ਨੇ। ਇਸ ਤੋਂ ਇਲਾਵਾ ਨਾਰਦਰਨ ਬ੍ਰਿਟਿਸ਼ ਕੋਲੰਬੀਆ ਵਿੱਚ ਲੋਕਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਜੀ ਹਾਂ, ਨਿਊ ਰੈਮੋ, ਓਲਡ ਰੈਮੋ, ਇਹਨਾਂ ਥਾਵਾਂ ਤੇ ਰਹਿਣ ਵਾਲੇ ਲੋਕਾਂ ਵਾਸਤੇ ਹੜ੍ਹ ਨਾਲ ਸੰਬੰਧੀ ਇਵੈਕੂਏਸ਼ਨ ਆਰਡਰ ਜਾਰੀ ਕਰ ਦਿੱਤੇ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਇਹ ਇਲਾਕੇ ਹੜ੍ਹ ਕਾਰਨ ਪ੍ਰਭਾਵਿਤ ਹੋ ਰਹੇ ਨੇ, ਜਿਸ ਤੋਂ ਬਾਅਦ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ। ਜਿਹੜੇ ਲੋਕ ਸਕੀਨਾ ਰਿਵਰ ਦੇ ਨੇੜੇ ਰਹਿੰਦੇ ਨੇ, ਉਹਨਾਂ ਨੂੰ ਇਵੈਕੂਏਟ ਕਰਨ ਵਾਸਤੇ ਆਰਡਰ ਦੇ ਦਿੱਤੇ ਗਏ ਨੇ। ਆਫੀਸ਼ੀਅਲਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇੱਥੇ ਪਾਣੀ ਦਾ ਪੱਧਰ ਉੱਚਾ ਹੋ ਰਿਹਾ ਹੈ, ਜਿਸ ਤੋਂ ਬਾਅਦ ਇਹ ਗੱਲ ਕਹੀ ਜਾ ਰਹੀ ਹੈ ਕਿ ਉਹ ਜਲਦ ਤੋਂ ਜਲਦ ਇਹ ਖੇਤਰ ਖਾਲੀ ਕਰ ਦੇਣ ਤੇ ਸੁਰੱਖਿਅਤ ਥਾਵਾਂ ਦੇ ਉੱਪਰ ਚਲੇ ਜਾਣ। ਓਲਡ ਰੈਮੋ ਵਿੱਚ ਵੀ ਕਾਫੀ ਸਾਰੀਆਂ ਪ੍ਰਾਪਰਟੀਆਂ ਇਸ ਹੜ੍ਹ ਕਾਰਨ ਪ੍ਰਭਾਵਿਤ ਹੋ ਰਹੀਆਂ ਨੇ, ਜਿਨ੍ਹਾਂ ਵਾਸਤੇ ਇਵੈਕੂਏਸ਼ਨ ਆਰਡਰ ਜਾਰੀ ਕਰ ਦਿੱਤੇ ਗਏ ਨੇ। ਇਸ ਦੌਰਾਨ ਅਧਿਕਾਰੀਆਂ ਵੱਲੋਂ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ। ਜੇਕਰ ਕਿਸੇ ਨੂੰ ਟਰਾਂਸਪੋਰਟੇਸ਼ਨ ਸੰਬੰਧੀ ਮਦਦ ਚਾਹੀਦੀ ਹੈ ਤਾਂ ਉਹ ਇਸ ਨੰਬਰ ਦੇ ਉੱਪਰ ਸੰਪਰਕ ਕਰ ਸਕਦਾ ਹੈ। ਇਹ ਨੰਬਰ ਹੈ 2506412443। ਇਸ ਤੋਂ ਇਲਾਵਾ ਦੱਸ ਦਈਏ ਕਿ ਸੂਬੇ ਦੇ ਨਾਰਥ ਵਾਲੇ ਹਿੱਸੇ ਵੱਲ ਵੀ ਹੜ੍ਹ ਦਾ ਖਤਰਾ ਵਾਧਾ ਹੋਇਆ ਦਿਖਾਈ ਦੇ ਰਿਹਾ ਹੈ, ਜਿਸ ਵਾਸਤੇ ਇੱਥੋਂ ਦੇ ਲੋਕਾਂ ਨੂੰ ਸਾਵਧਾਨ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੇ ਸਦਰਨ ਇੰਟੀਰੀਅਰ ਵੱਲ ਹੜ੍ਹ ਦਾ ਖਤਰਾ ਘੱਟ ਹੋ ਗਿਆ ਹੈ, ਜਿਸ ਬਾਰੇ ਤਾਜ਼ਾ ਅਪਡੇਟ ਹੁਣ ਸਾਹਮਣੇ ਆਈ ਹੈ। ਜਿਨ੍ਹਾਂ ਲੋਕਾਂ ਵਾਸਤੇ ਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਨੇ ਉਹਨਾਂ ਨੂੰ ਇਹੀ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਇਹ ਥਾਂ ਛੱਡ ਕੇ ਸੁਰੱਖਿਅਤ ਥਾਵਾਂ ਦੇ ਉੱਪਰ ਚਲੇ ਜਾਣ। ਗੋਲੀ ਲੱਗਣ ਕਾਰਨ ਇੱਕ ਦੀ ਮੌਤ ਹੋ ਗਈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀ ਰੈਸਟੋਰੈਂਟ ਅੰਦਰ ਚੱਲੀ। ਪਹਿਲਾਂ ਦੋ ਵਿਅਕਤੀਆਂ ਵਿਚਕਾਰ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਇੱਕ ਵਿਅਕਤੀ ਨੇ ਹਥਿਆਰ ਕੱਢ ਕੇ ਦੂਸਰੇ ਤੇ ਗੋਲੀਆਂ ਚਲਾ ਦਿੱਤੀਆਂ। ਟੋਰਾਂਟੋ ਦੇ ਰੈਸਟੋਰੈਂਟ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਹੈ, ਜਿਸ ਵਿੱਚ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ। ਗੋਲੀ ਲੱਗਣ ਕਾਰਨ ਇਸ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਐਲਿੰਗਟਨ ਐਵਨਿਊ ਵੈਸਟ ਦੇ ਨੇੜੇ ਗੋਲੀਬਾਰੀ ਹੋਈ। ਰਿਪੋਰਟਸ ਵਿੱਚ ਦੱਸਿਆ ਗਿਆ ਕਿ ਇੱਥੇ 3:47 ਦੇ ਕਰੀਬ ਗੋਲੀਆਂ ਚੱਲੀਆਂ। ਇਨਵੈਸਟੀਗੇਟਰਸ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਜਾਣਕਾਰੀ ਵਿੱਚ ਇਨਵੈਸਟੀਗੇਟਰਸ ਵੱਲੋਂ ਦੱਸਿਆ ਗਿਆ ਕਿ ਰੈਸਟੋਰੈਂਟ ਅੰਦਰ ਇਕੱਠ ਹੋਇਆ ਸੀ, ਜਿੱਥੇ ਦੋ ਵਿਅਕਤੀਆਂ ਵਿਚਕਾਰ ਝਗੜਾ ਹੋ ਗਿਆ। ਇਸ ਦੌਰਾਨ ਇੱਕ ਵਿਅਕਤੀ ਨੇ ਹਥਿਆਰ ਕੱਢਿਆ ਤੇ ਉਸਨੇ ਕਈ ਗੋਲੀਆਂ ਦੂਜੇ ਵਿਅਕਤੀ ਤੇ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਇਹ ਵਿਅਕਤੀ ਕਾਫੀ ਜ਼ਿਆਦਾ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇੱਥੇ ਹਸਪਤਾਲ ਵਿੱਚ ਭਰਤੀ ਕਰਵਾਏ ਜਾਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਵਿਭਾਗ ਵੱਲੋਂ ਹੁਣ ਪੀੜਤ ਦਾ ਨਾਮ ਵੀ ਜਨਤਕ ਕੀਤਾ ਗਿਆ। ਪੀੜਤ ਦੀ ਪਹਿਚਾਣ ਮਾਈਕਲ ਦੇ ਤੌਰ ਤੇ ਉੱਪਰ ਦੱਸੀ ਗਈ, ਜੋ ਕਿ ਟੋਰਾਂਟੋ ਨਾਲ ਸੰਬੰਧਿਤ ਹੈ। ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ 4168087400 ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਮਾਮਲੇ ਦੀ ਵਧੇਰੇ ਜਾਂਚ ਪੜਤਾਲ ਜਾਰੀ ਹੈ। ਬ੍ਰੈਂਪਟਨ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਦੋ ਵਾਹਨ ਹਾਦਸੇ ਦਾ ਸ਼ਿਕਾਰ ਹੋਏ। ਇੱਕ ਔਰਤ ਦੀ ਮੌਤ ਹੋ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਉਹਨਾਂ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹਾਦਸਾ ਕਿਵੇਂ ਵਾਪਰਿਆ। ਮਾਮਲਾ ਬ੍ਰੈਂਪਟਨ ਤੋਂ ਸਾਹਮਣੇ ਆਇਆ, ਜਿੱਥੇ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਦੋ ਵਾਹਨ ਆਪਸ ਵਿੱਚ ਟਕਰਾ ਗਏ। ਪੁਲਿਸ ਵੱਲੋਂ ਹੁਣ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਹਾਦਸੇ ਵਿੱਚ ਇੱਕ ਔਰਤ ਕਾਫੀ ਜ਼ਿਆਦਾ ਜ਼ਖਮੀ ਹੋਈ ਹੈ। ਜ਼ਖਮੀ ਹੋਈ ਔਰਤ ਦੀ ਪਹਿਚਾਣ ਤਾਂ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ, ਪਰ ਉਹਨਾਂ ਨੇ ਇਹ ਜ਼ਰੂਰ ਦੱਸਿਆ ਹੈ ਕਿ ਇਸ ਔਰਤ ਦੀ ਉਮਰ 60 ਸਾਲ ਦੇ ਕਰੀਬ ਹੈ। ਪੁਲਿਸ ਨੇ ਕਿਹਾ ਹੈ ਕਿ ਇਹ ਮਾਮਲਾ 6:15 ਦੇ ਕਰੀਬ ਟੌਬਰਮ ਰੋਡ ਅਤੇ ਬੋਵੇਟ ਡਰਾਈਵ ਤੋਂ ਸਾਹਮਣੇ ਆਇਆ। ਪੁਲਿਸ ਦੇ ਦੱਸਣ ਮੁਤਾਬਕ ਜ਼ਖਮੀ ਹਾਲਤ ਵਿੱਚ ਔਰਤ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਅਜੇ ਗੰਭੀਰ ਦੱਸੀ ਜਾ ਰਹੀ ਹੈ। ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ, ਕਿਉਂਕਿ ਹਾਦਸੇ ਦੇ ਕਾਰਨ ਅਜੇ ਤੱਕ ਪੁਲਿਸ ਨੂੰ ਪਤਾ ਨਹੀਂ ਲੱਗ ਸਕੀ। ਇਨਵੈਸਟੀਗੇਸ਼ਨ ਦੌਰਾਨ ਘਟਨਾ ਵਾਲੀ ਥਾਂ ਨੂੰ ਕੁਝ ਸਮੇਂ ਲਈ ਬੰਦ ਰੱਖਿਆ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਉਹਨਾਂ ਵੱਲੋਂ ਇਸ ਬਾਰੇ ਬਹੁਤੀ ਡਿਟੇਲ ਸਾਂਝੀ ਨਹੀਂ ਕੀਤੀ ਗਈ, ਪਰ ਇਹ ਜ਼ਰੂਰ ਦੱਸਿਆ ਗਿਆ ਕਿ ਇੱਥੇ ਦੋ ਵਾਹਨਾਂ ਵਿਚਕਾਰ ਜਿਹੜਾ ਹਾਦਸਾ ਵਾਪਰਿਆ, ਉਸ ਵਿੱਚ ਇੱਕ 60 ਸਾਲ ਦੇ ਕਰੀਬ ਔਰਤ ਜ਼ਖਮੀ ਹੋਈ, ਜੋ ਹਸਪਤਾਲ ਵਿੱਚ ਜੇਰੇ ਇਲਾਜ ਹੈ। ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਸਮੇਂ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਕੀ ਸਥਿਤੀ ਬਣੀ ਹੋਈ ਹੈ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਓਨਟਾਰੀਓ ਸੂਬੇ ਦੇ ਹਸਪਤਾਲਾਂ ਵਿੱਚ 430 ਮਰੀਜ਼ਾਂ ਦੀ ਗਿਣਤੀ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਕੋਰੋਨਾ ਵਾਇਰਸ ਕਾਰਨ ਭਰਤੀ ਕਰਵਾਇਆ ਗਿਆ ਤੇ ਇੰਟੈਂਸਿਵ ਕੇਅਰ ਅਧੀਨ 116 ਮਰੀਜ਼ ਦੱਸੇ ਜਾ ਰਹੇ ਹਨ। ਓਨਟਾਰੀਓ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ 1000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਸਨ, ਪਰ ਬੀਤੇ 24 ਘੰਟਿਆਂ ਦੌਰਾਨ 400 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਬੀਤੇ 24 ਘੰਟਿਆਂ ਦੌਰਾਨ ਇਸ ਸੂਬੇ ਵਿੱਚ 468 ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ। ਪ੍ਰੋਵਿੰਸ ਵਿੱਚ ਹੁਣ ਤੱਕ ਕੁੱਲ 13,08,068 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਇੱਥੇ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ ਇੱਕ ਮੌਤ ਹੋਈ ਹੈ, ਜਿਸ ਤੋਂ ਬਾਅਦ ਮੌਤਾਂ ਦਾ ਅੰਕੜਾ 13,000 ਪਾਰ ਕਰ ਚੁੱਕਿਆ ਹੈ। ਰਿਕਵਰਡ ਕੇਸਿਸ ਦੀ ਗਿਣਤੀ 12,85,895 ਦੱਸੀ ਗਈ ਹੈ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 12 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ 91.4% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ, 93.2% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ 1 ਡੋਜ਼, 57.1% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 3 ਟੀਕੇ ਲਗਵਾਏ ਗਏ। 5 ਸਾਲ ਤੋਂ 11 ਸਾਲ ਵਾਲਿਆਂ ਵਿੱਚ 56.7% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 36.5% ਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ ਲਗਵਾਏ ਗਏ ਹਨ। ਟੈਸਟ ਪੋਜ਼ਿਟਿਵਿਟੀ ਰੇਟ ਸੂਬੇ ਵਿੱਚ 7% ਦਰਜ ਕੀਤਾ ਗਿਆ, ਜੋ ਕਿ ਪਹਿਲਾਂ 7.6% ਰਿਕਾਰਡ ਕੀਤਾ ਗਿਆ ਸੀ। ਕਿਊਬਿਕ ਸੂਬੇ ਦੇ ਹਸਪਤਾਲ ਵਿੱਚ 1000 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਹੈ ਤੇ ਇੰਟੈਂਸਿਵ ਕੇਅਰ ਅਧੀਨ 28 ਦੱਸੇ ਜਾ ਰਹੇ ਨੇ। ਇੱਥੇ ਹਸਪਤਾਲ ਵਿੱਚ 1067 ਮਰੀਜ਼ਾਂ ਨੂੰ ਕੋਰੋਨਾ ਵਾਇਰਸ ਕਾਰਨ ਭਰਤੀ ਕਰਵਾਇਆ ਗਿਆ। ਪ੍ਰੋਵਿੰਸ ਵਿੱਚ ਬੀਤੇ 24 ਘੰਟਿਆਂ ਦੌਰਾਨ 300 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਬੀਤੇ 24 ਘੰਟਿਆਂ ਦੌਰਾਨ 368 ਕੇਸਿਸ ਇੱਥੇ ਰਿਕਾਰਡ ਕੀਤੇ ਗਏ ਤੇ ਇੱਕ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ।
ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 10,69,520 ਕੁੱਲ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 15,450 ਮੌਤਾਂ ਹੁਣ ਤੱਕ ਕੋਰੋਨਾ ਵਾਇਰਸ ਕਾਰਨ ਹੋ ਚੁੱਕੀਆਂ ਨੇ। ਇਸ ਸੂਬੇ ਵਿੱਚ ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 5 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ 91% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 55% ਦੀ ਵੱਲੋਂ ਕੋਵਿਡ-19 ਵੈਕਸੀਨ ਦੇ 3 ਟੀਕੇ ਤੇ 14% ਦੀ ਆਬਾਦੀ ਵੱਲੋਂ 4 ਟੀਕੇ ਲਗਵਾਏ ਗਏ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਹੈਲਥ ਕੇਅਰ ਵਰਕਰਾਂ ਲਈ ਕੈਨੇਡਾ ਨੇ ਖੋਲ੍ਹੇ ਰਾਹ, 1 ਲੱਖ ਤੋਂ ਵੱਧ ਨੌਕਰੀਆਂ ਖਾਲੀ। ਕਈ ਸੂਬਿਆਂ ਨੇ ਕੱਢੇ ਡਰਾ, ਕਈ ਉਮੀਦਵਾਰਾਂ ਨੂੰ ਮਿਲੇ ਸੱਦੇ। ਕੈਨੇਡਾ ਵਾਸੀਆਂ ਦੀ ਜੇਬ ਤੇ ਪਵੇਗਾ ਬੋਝ, ਗੈਸ ਦੀਆਂ ਕੀਮਤਾਂ ਵਿੱਚ ਹੋਵੇਗਾ ਹੋਰ ਵਾਧਾ। ਖਾਣ ਪੀਣ ਦੀਆਂ ਚੀਜ਼ਾਂ ਹੋ ਰਹੀਆਂ ਮਹਿੰਗੀਆਂ, ਜਿਸ ਕਾਰਨ ਲੋਕ ਪਰੇਸ਼ਾਨ। ਕੈਨੇਡਾ ਵਾਸੀਆਂ ਦੇ ਖਾਣ ਪੀਣ ਤੇ ਪਿਆ ਇਸ ਦਾ ਅਸਰ। ਨਰਸਾਂ ਆਪਣੇ ਕੰਮ ਤੋਂ ਪਰੇਸ਼ਾਨ, ਛੱਡਣਾ ਚਾਹੁੰਦੀਆਂ ਹਨ ਕੰਮ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।